ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਇਹ ਗਜ਼ਲ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਹੈ। ਇਸ ਗਜ਼ਲ ਦੇ ਵਿੱਚ ਪਾਤਰ ਜੀ ਨੇ ਇੱਕ ਲੇਖਕ ਦੇ ਫਰਜ਼, ਇੱਕ ਗੀਤਕਾਰ ਦੇ ਫਰਜ਼ ਕੀ ਹੁੰਦੇ ਆ ਉਹ ਤੋਂ ਜਾਣੂ ਕਰਾਇਆ। ਤੇ ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੈਂ ਇਸ ਗਜ਼ਲ ਦੀ ਵਿਆਖਿਆ ਕਰਨਾ ਚਾਹਾਂਗੀ ਤੇ ਇਹ ਬੀਏ, ਬੀਐਸਸੀ, ਬੀਕਾਮ, ਬੀਬੀਏ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਵਾਸਤੇ ਇਹ ਪ੍ਰਸ਼ਨ ਦੋ ਰੰਗ ਦੇ ਵਿੱਚ ਦਰਜ ਹੈ, ਜਿਹੜਾ ਕਿ 20 ਅੰਕਾਂ ਦੇ ਅਨੁਸਾਰ ਪੁੱਛਿਆ ਜਾ ਸਕਦਾ। ਪ੍ਰਸੰਗ ਸਹਿਤ ਵਿਆਖਿਆ ਜਾਂ ਵਿਸ਼ਾ। ਜੇ ਪ੍ਰਸੰਗ ਸਹਿਤ ਵਿਆਖਿਆ ਆਇਆ ਤਾਂ ਤੁਹਾਨੂੰ ਇੱਕ ਇੱਕ ਦੋ ਸ਼ੇਅਰ ਇਕੱਠੇ ਆ ਸਕਦੇ ਆ ਤੇ ਉਹਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਨੀ ਹੈ। ਜੇ ਵਿਸ਼ਾ ਆਏਗਾ ਤੇ ਪੂਰੀ ਗਜ਼ਲ ਦੇ ਭਾਵ ਅਰਥ ਤੁਹਾਨੂੰ ਲਿਖਣੇ ਪੈਣਗੇ, ਤਾਂ ਧਿਆਨ ਨਾਲ ਸੁਣ ਕੇ ਤੁਸੀਂ ਆਪਣਾ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਗਜ਼ਲ ਦੀ ਵਿਆਖਿਆ। ਇਹ ਗਜ਼ਲ ਦੋ ਰੰਗ ਪੁਸਤਕ ਦੇ ਵਿੱਚ ਦਰਜ ਹੈ। ਇਸ ਗਜ਼ਲ ਦੇ ਸ਼ੇਰਾਂ ਵਿੱਚ ਕਵੀ ਨੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਕਰਦਿਆਂ ਥੋੜੀ ਆਸ ਵੀ ਕਿਤੇ ਕਿਤੇ ਬੰਦਵਾਈ ਹੈ ਤੇ ਇੱਕ ਲੇਖਕ ਦੇ ਫਰਜ਼ ਦੱਸੇ ਹਨ ਕਿ ਕੀ ਹੈ। ਤੇ ਲੇਖਕ ਨੇ ਜਾਂ ਕਵੀ ਨੇ ਸਾਡੇ ਵਰਤਮਾਨ ਸਮਾਜ ਵਿੱਚ ਮਨੁੱਖ ਦੀ ਬੇਵਸੀ, ਨਿਰਾਸ਼ਾ ਅਤੇ ਚਾਰੇ ਪਾਸੇ ਫੈਲੀ ਹਨੇਰਗਰਦੀ ਦੀ ਗੱਲ ਕੀਤੀ ਹੈ ਕਿ ਜੇ ਲੇਖਕ ਨੇ ਬੇਇਨਸਾਫੀ ਦੇ ਖਿਲਾਫ ਨਾ ਲਿਖਿਆ ਤਾਂ ਉਸਦਾ ਉਹ ਇੱਕ ਸਹੀ ਚੰਗਾ ਸਾਹਿਤਕਾਰ ਨਹੀਂ ਹੈ। ਪਰ ਜੇ ਉਹ ਲਿਖਦਾ ਹੈ ਤਾਂ ਉਸਨੂੰ ਇਸ ਦਾ ਜਿਹੜਾ ਹੈ ਸਮਾਜ ਦੇ ਉਹਨਾਂ ਲੋਕਾਂ ਵੱਲੋਂ ਜਿਹੜੇ ਹਨੇਰਾ ਫੈਲਾਉਣਾ ਚਾਹੁੰਦੇ ਨੇ, ਜਿਹੜੇ ਦੂਸਰਿਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਸ਼ਾਇਦ ਉਸ ਦਾ ਸੱਚ ਬਰਦਾਸ਼ਤ ਨਹੀਂ ਹੋਏਗਾ। ਬਹੁਤ ਖੂਬਸੂਰਤ ਰਚਨਾ ਹੈ, ਤੁਸੀਂ ਇਹਨੂੰ ਸੁਣੋ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ। ਤਾਂ ਪ੍ਰਸੰਗ 'ਚ ਤੁਸੀਂ ਲਿਖੋਗੇ ਕਿ ਇਹ ਕਾਵਿ ਸਤਰਾਂ ਸਾਡੀ ਪਾਠ ਪੁਸਤਕ ਦੋ ਰੰਗ ਦੇ ਵਿੱਚ ਦਰਜ ਹਨ, ਜਿਸ ਦੇ ਲੇਖਕ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਹਨ। ਤੇ ਉਹਨਾਂ ਨੇ ਇਸ ਗਜ਼ਲ ਦੇ ਰਾਹੀਂ ਇੱਕ ਸਾਹਿਤਕਾਰ ਦੇ ਫਰਜ਼ਾਂ ਤੋਂ ਜਾਣੂ ਕਰਾਉਂਦਿਆਂ ਹੋਇਆਂ ਨਾਲ ਇਹ ਵੀ ਦੱਸਿਆ ਹੈ ਕਿ ਸਮਾਜ ਵਿੱਚ ਜਿਹੜੇ ਲੋਕ ਚਾਹੁੰਦੇ ਨਹੀਂ ਹਨ ਕਿ ਲੋਕਾਂ ਅੰਦਰ ਚੇਤਨਾ ਆਵੇ, ਜੇਕਰ ਕੋਈ ਲੇਖਕ ਆਮ ਲੋਕਾਂ ਅੰਦਰ ਚੇਤਨਾ ਪੈਦਾ ਕਰਦਾ ਹੈ ਤਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਹੋਏਗਾ। ਭਾਵ ਹਨੇਰ ਫੈਲਾਉਣ ਵਾਲੀਆਂ ਸ਼ਕਤੀਆਂ ਕਦੀ ਵੀ ਚਾਨਣ ਜਾਂ ਚੇਤਨਾ ਫੈਲਣ ਦੀ ਗੱਲ ਨਹੀਂ ਕਰਦੀਆਂ। ਇਸ ਦਾ ਇਹ ਅਰਥ ਹੈ। ਔਰ ਇਹ ਪ੍ਰਸੰਗ 'ਚ ਲਿਖੋਗੇ ਕਿ ਮਨੁੱਖ ਦੀ ਬੇਵਸੀ ਤੇ ਨਿਰਾਸ਼ਾ ਨੂੰ ਅੰਕਿਤ ਕੀਤਾ ਹੈ ਜਾਂ ਪੇਸ਼ ਕੀਤਾ ਹੈ। ਵਿਆਖਿਆ 'ਚ ਕਵਾਂਗੇ ਕਿ ਕਵੀ ਕਹਿੰਦੇ ਹਨ ਕਿ ਜੇਕਰ ਉਸਨੇ ਸੱਚ ਬੋਲਿਆ ਤਾਂ ਸ਼ਾਇਦ ਇਹ ਸੱਚ ਸਮੇਂ ਦੀਆਂ ਉਹਨਾਂ ਤਾਕਤਾਂ ਨੂੰ ਬਰਦਾਸ਼ਤ ਨਹੀਂ ਹੋਏਗਾ, ਜਿਹੜੀਆਂ ਤਾਕਤਾਂ ਹਨੇਰਾ ਫੈਲਾਉਂਦੀਆਂ ਨੇ, ਜਿਹੜੀਆਂ ਉਹ ਸ਼ਕਤੀਆਂ ਸਮਾਜ ਵਿੱਚ ਚਾਨਣ ਫੈਲਾਉਣ ਵਾਲੇ ਲੋਕਾਂ ਤੋਂ ਨਫ਼ਰਤ ਕਰਦੀਆਂ ਨੇ, ਉਹ ਇਸ ਨੂੰ ਜਾਣਨਗੀਆਂ ਨਹੀਂ, ਉਹਦੇ ਸੱਚ ਨੂੰ। ਤੇ ਜੇ ਕਵੀ ਕਹਿੰਦਾ ਹੈ ਕਿ ਕਵੀ ਦੀ ਕਲਮ ਚੁੱਪ ਰਹੀ ਤਾਂ ਸ਼ਮਾਦਾਨ ਭਾਵ ਰੋਸ਼ਨੀ ਵੰਡਣ ਵਾਲੇ, ਚੇਤਨਾ ਫੈਲਾਉਣ ਵਾਲੇ ਲੋਕ ਕੀ ਕਹਿਣਗੇ। ਕਹਿਣ ਦਾ ਭਾਵ ਕਿ ਜੇ ਕਵੀ ਸੱਚ ਬੋਲਦਾ ਹੈ ਤਾਂ ਝੂਠੀਆਂ ਸ਼ਕਤੀਆਂ ਨੂੰ ਉਸਦਾ ਸੱਚ ਬਰਦਾਸ਼ਤ ਨਹੀਂ ਹੁੰਦਾ, ਤੇ ਜੇਕਰ ਕੁਝ ਨਹੀਂ ਕਹਿੰਦਾ, ਚੁੱਪ ਰਹਿੰਦਾ ਹੈ, ਤਾਂ ਚਾਨਣ ਫੈਲਾਉਣ ਵਾਲੇ ਲੋਕ ਉਸ ਤੇ ਇਲਜ਼ਾਮ ਲਾਉਣਗੇ ਕਿ ਉਸਨੇ ਕਵੀ ਹੁੰਦਿਆਂ ਹੋਇਆਂ ਵੀ ਸੱਚ ਨਹੀਂ ਬੋਲਿਆ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਇਸ ਦਾ ਅਰਥ ਹੈ ਕਿ ਜੇਕਰ ਕਵੀ ਦੇ ਭਾਵ ਉਸਦੇ ਮਨ ਵਿੱਚ ਹੀ ਰਹਿ ਗਏ ਤਾਂ ਇਹ ਗਲਤ ਹੋਏਗਾ, ਅਨਿਆਂ ਹੋਏਗਾ। ਤੇ ਉਸਦੇ ਮਿੱਤਰ ਜਿਹੜੇ ਕਿ ਆਪਣੀ ਕੁਰਬਾਨੀ ਦੇ ਕੇ ਸਮਿਆਂ ਦੇ ਵਿੱਚ ਆਪਣਾ ਇਤਿਹਾਸ ਰਚ ਕੇ ਗਏ ਸਨ, ਉਹ ਉਸਦੇ ਇਸ ਰੂਪ ਨੂੰ ਸਹਿਣ ਨਹੀਂ ਕਰ ਸਕਣਗੇ। ਭਾਵ ਜੇ ਉਸਨੇ ਗੀਤ ਜਾਂ ਸੱਚ ਨਹੀਂ ਬੋਲਿਆ ਤਾਂ ਉਸਦਾ ਸੱਚ ਜਿਹੜਾ, ਜੇ ਉਸਦੇ ਮਿੱਤਰ ਇਸ ਗੱਲ ਨੂੰ ਬਹੁਤ ਬੁਰਾ ਮਨਾਉਣਗੇ ਕਿ ਉਸਨੂੰ ਸੱਚ ਦੀ ਤਾਕਤ ਦਾ ਪਤਾ ਸੀ ਕਵੀ ਨੂੰ, ਤੇ ਫਿਰ ਵੀ ਉਸਨੇ ਸੱਚ ਨਹੀਂ ਬੋਲਿਆ। ਅਰਥਾਤ ਸਮਾਜ ਵਿੱਚ ਫੈਲੀ ਹਨੇਰਗਰਦੀ ਦੇ ਖਿਲਾਫ ਜੇ ਉਸਨੇ ਉਂਗਲ ਨਹੀਂ ਚੁੱਕੀ ਤਾਂ ਉਸਦੇ ਮਿੱਤਰ ਜਿਹੜੇ ਕਿ ਬਹੁਤ ਸੂਝਵਾਨ ਹਨ, ਉਸ ਨੂੰ ਦੋਸ਼ ਦੇਣਗੇ ਕਿ ਉਸਨੇ ਅਜਿਹਾ ਕਿਉਂ ਨਹੀਂ ਕੀਤਾ। ਅਗਲਾ ਸ਼ੇਰ ਹੈ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਬਹੁਤ ਹੀ ਖੂਬਸੂਰਤ ਸ਼ੇਰ ਦੇ ਵਿੱਚ ਕਵੀ ਨੇ ਵਰਤਮਾਨ ਦੌਰ ਦੇ ਵਿੱਚ, ਜਿੱਥੇ ਕਿ ਅਨਿਆਂ ਜਿਹੜਾ ਹੈ ਇੰਨਾ ਵੱਧ ਗਿਆ ਹੈ ਕਿ ਨਿਆਂ ਨੂੰ ਬੜੇ ਬੜੇ ਸਾਲ ਇੰਤਜ਼ਾਰ ਕਰਨਾ ਪੈਂਦਾ ਹੈ। ਭਾਵ ਲੋਕ ਆਪਣਾ ਕੇਸ ਆਪਣੀ ਨਾਲ ਹੁੰਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਵਧੀਕੀ ਹੈ, ਬੇਇਨਸਾਫੀ ਹੈ, ਉਸ ਦੇ ਖਿਲਾਫ ਅਦਾਲਤਾਂ 'ਚ ਕੇਸ ਕਰਦੇ ਹਨ, ਪਰ ਬਹੁਤ ਸਮਾਂ ਤੱਕ ਉਹਨਾਂ ਨੂੰ ਕੋਈ ਉਹਦਾ ਨਤੀਜਾ ਨਹੀਂ ਮਿਲਦਾ। ਤਾਂ ਉਹ ਕਈ ਵਾਰ ਤਾਂ ਲੋਕ ਇਸ ਦੁਨੀਆ ਤੋਂ ਚਲੇ ਵੀ ਜਾਂਦੇ ਹਨ ਤੇ ਉਹਨਾਂ ਦਾ ਜੋ ਕੇਸ ਨੇ, ਉਹਨਾਂ ਦੇ ਜੋ ਅਦਾਲਤਾਂ ਦੇ ਵਿੱਚ ਜੋ ਉਹਨਾਂ ਨੇ ਕੋਈ ਆਪਣਾ
ਝਗੜਿਆਂ ਦਾ ਫੈਸਲਾ ਦੇਣ ਲਈ ਅਰਜ਼ੀਆਂ ਲਿਖੀਆਂ ਸੀ, ਉਹ ਤੁਰਦੀਆਂ ਰਹਿੰਦੀਆਂ ਤੇ ਉਹ ਮੁੱਕ ਜਾਂਦੇ ਹਨ। ਤੇ ਕਵੀ ਇੱਥੇ ਸਾਡੀ ਭਾਰਤ ਦੀ ਨਿਆਂ ਪ੍ਰਣਾਲੀ ਦੇ ਬਾਰੇ ਚ ਬੜੀ ਵਿਅੰਗਮਈ ਢੰਗ ਨਾਲ ਕਹਿੰਦਾ ਹੈ ਕਿ ਇਸ ਅਦਾਲਤ ਦੇ ਵਿੱਚ ਮਨੁੱਖ ਆਪਣਾ ਇਨਸਾਫ ਉਡੀਕਦਾ ਉਡੀਕਦਾ ਬੁੱਢਾ ਹੋ ਗਿਆ ਹੈ। ਤੇ ਫੈਸਲੇ ਸੁਣਦਿਆਂ ਸੁਣਦਿਆਂ ਜਿਸ ਤਰ੍ਹਾਂ ਕੋਈ ਰੁੱਖ ਦੀ ਉਮਰ ਨਿਕਲ ਜਾਂਦੀ ਹੈ ਕਿ ਉਹ ਸੁੱਕ ਜਾਂਦਾ ਹੈ, ਓਦਾਂ ਹੀ ਮਨੁੱਖ ਰੂਪੀ ਜਿਹੜਾ ਰੁੱਖ ਹੈ ਉਹ ਆਪਣੇ ਫੈਸਲੇ ਸੁਣਨ ਦਾ ਇੰਤਜ਼ਾਰ ਕਰਦਾ ਕਰਦਾ ਸੁੱਕ ਗਿਆ ਹੈ। ਅਰਥਾਤ ਇਨਸਾਫ ਮਿਲਦਿਆਂ ਬਹੁਤ ਦੇਰੀ ਹੋ ਗਈ ਹੈ। ਤੇ ਕਵੀ ਬਹੁਤ ਹੀ ਉਦਾਸੀ ਦੀ ਸੁਰ ਵਿੱਚ ਕਹਿੰਦਾ ਹੈ ਕਿ ਜਿਹੜੇ ਲੋਕ ਹਾਲੇ ਵੀ ਫੈਸਲੇ ਸੁਣਨ ਲਈ ਅਦਾਲਤਾਂ ਦੇ ਬਾਹਰ ਖੜੇ ਹਨ, ਉਹਨਾਂ ਨੂੰ ਕਹੋ ਕਿ ਇਨਸਾਫ ਦੀ ਆਸ ਲਾ ਕੇ ਆਪਣੇ ਘਰਾਂ ਨੂੰ ਚਲੇ ਜਾਣ। ਕਦੋਂ ਤੀਕ ਇੱਥੇ ਖੜੇ ਰਹਿਣਗੇ? ਅਰਥਾਤ ਕਵੀ ਨੇ ਭਾਰਤੀ ਨਿਆਂ ਵਿਵਸਥਾ ਦੇ ਉੱਪਰ ਇੱਕ ਪ੍ਰਸ਼ਨ ਉਠਾਇਆ ਹੈ ਕਿ ਇੰਨਾ ਸਮਾਂ ਕਿਉਂ ਲੱਗਦਾ ਹੈ ਇਨਸਾਫ ਮਿਲਣ ਤੇ, ਜਾਂ ਕਿਸੇ ਵੀ ਤਰ੍ਹਾਂ ਦੇ ਫੈਸਲੇ ਨੂੰ ਕਿਉਂ ਸਮਾਂ ਲੱਗਦਾ ਹੈ। ਤਾਂ ਇਹ ਬਹੁਤ ਹੀ ਸੰਵੇਦਨਸ਼ੀਲ ਗੱਲ ਹੈ। ਉਸ ਤੋਂ ਬਾਅਦ ਕਵੀ ਦਾ ਅਗਲਾ ਜਿਹੜਾ ਸ਼ੇਰ ਹੈ, ਉਹਦੇ ਚ ਉਹ ਕਹਿੰਦੇ ਨੇ ਕਿ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ, ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ। ਪ੍ਰਸੰਗ ਉਹੀ ਰਹੇਗਾ, ਬਾਰ-ਬਾਰ ਪ੍ਰਸੰਗ ਨਹੀਂ ਆਪਾਂ ਬਦਲਣਾ, ਵਿਆਖਿਆ ਆਪਾਂ ਹਰ ਵਾਰੀ ਚੇਂਜ ਕਰਾਂਗੇ। ਕਵੀ ਕਹਿੰਦਾ ਹੈ ਕਿ ਉਸ ਦੇ ਉਹ ਮਿੱਤਰ ਜਿਹੜੇ ਉਸ ਨਾਲ ਉਸ ਤੇ ਬਹੁਤ ਵਿਸ਼ਵਾਸ ਕਰਦੇ ਸਨ ਤੇ ਇਹ ਆਸ ਲੈ ਕੇ ਜ਼ੁਲਮ ਦਾ ਸ਼ਿਕਾਰ ਹੋ ਕੇ ਮਰ ਗਏ ਹਨ, ਕੁਰਬਾਨ ਹੋ ਗਿਆ ਦੇਸ਼ ਤੋਂ, ਜਾਂ ਫਿਰਕੂ ਤਾਕਤਾਂ ਨਾਲ ਲੜਦੇ ਲੜਦੇ ਸ਼ਹਾਦਤ ਪਾ ਗਏ ਹਨ, ਜਾਂ ਰਾਜਨੀਤਿਕ ਜਿਹੜੀਆਂ ਸਾਡੀਆਂ ਜੋਗਗਰਦੀਆਂ ਨੇ ਉਹਦਾ ਸ਼ਿਕਾਰ ਹੋ ਗਏ ਹਨ। ਕਹਿੰਦਾ ਜੇਕਰ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਦੇ ਜਾਨ ਮੌਤ ਤੋਂ ਬਾਅਦ, ਉਹਨਾਂ ਦੀ ਕੁਰਬਾਨੀ ਤੋਂ ਬਾਅਦ ਕੋਈ ਉਹਨਾਂ ਦੇ ਬਾਰੇ ਚ ਗੱਲ ਕਰੇਗਾ, ਉਹਨਾਂ ਦੇ ਦੁੱਖ ਦੇ ਬਾਰੇ ਗੱਲ ਕਰੇਗਾ, ਜਾਂ ਉਹਨਾਂ ਨੇ ਕਿਸ ਵਾਸਤੇ ਆਪਣੀਆਂ ਲੜਾਈਆਂ ਲੜੀਆਂ ਉਹਦਾ ਗੱਲ ਕਰੇਗਾ, ਉਹਨਾਂ ਦੇ ਦੁੱਖਾਂ ਦੇ ਗੀਤ ਕੋਈ ਲਿਖੇਗਾ। ਤਾਂ ਜੇ ਕਿ ਕਵੀ ਕਹਿੰਦਾ ਜੇ ਉਹ ਡਰਦਾ ਹੋਇਆ, ਹਨੇਰ ਫੈਲਾਉਣ ਵਾਲੀਆਂ ਸ਼ਕਤੀਆਂ ਤੋਂ ਡਰਦਾ ਹੋਇਆ ਜੇ ਉਹ ਚੁੱਪ ਰਿਹਾ, ਜੇ ਉਸਨੇ ਕੁਝ ਨਾ ਕਿਹਾ, ਤੇ ਉਸਨੂੰ ਇੰਜ ਲੱਗਦਾ ਹੈ ਕਿ ਉਸਦੇ ਉਹ ਮਿੱਤਰ ਜਿਹੜੇ ਇਸ ਆਸਤੇ ਇਸ ਦੁਨੀਆ ਤੋਂ ਕੁਰਬਾਨੀ ਦੇ ਗਏ ਸਨ, ਕਿ ਉਹਨਾਂ ਤੋਂ ਬਾਅਦ ਦੇਸ਼ ਦਾ ਹਾਲਾਤ ਸੁਧਰ ਜਾਣਗੇ, ਜਾਂ ਦੇਸ਼ ਵਿੱਚ ਜਾਂ ਸਮਾਜ ਵਿੱਚ ਕੁਝ ਚੇਤਨਾ ਫੈਲੇਗੀ। ਕਹਿੰਦਾ ਜੇ ਮੈਂ ਉਹਨਾਂ ਦੇ ਸੁਨੇਹੇ ਨੂੰ ਆਮ ਲੋਕਾਂ ਤੱਕ ਨਾ ਪਹੁੰਚਾਇਆ ਤੇ ਸ਼ਾਇਦ ਉਹ ਅਸੰਤੁਸ਼ਟ ਰਹਿਣਗੇ, ਬੇਸਬਰੇ ਰਹਿਣਗੇ, ਅਸ਼ਾਂਤ ਰਹਿਣਗੇ। ਤੇ ਜਿਸ ਤਰ੍ਹਾਂ ਇੱਕ ਮਿੱਥ ਹੈ ਕਿ ਰੂਹਾਂ ਭਟਕਦੀਆਂ ਨੇ, ਉਸ ਤਰ੍ਹਾਂ ਉਹਨਾਂ ਦੀ ਰੂਹ ਭਟਕਦੀ ਰਹੇਗੀ। ਅਰਥਾਤ ਕਵੀ ਸਮਾਜ ਵਿੱਚ ਲੇਖਕ ਨੂੰ ਉਸਦੇ ਫਰਜ਼ ਤੋਂ ਜਾਣੂ ਕਰਾਉਂਦਾ ਆ ਕਿ ਜਦੋਂ ਲੇਖਕ ਨੂੰ ਚਾਹੀਦਾ ਹੈ ਕਿ ਉਹ ਸਮੇਂ ਦਾ ਸੱਚ ਬੋਲੇ, ਤੇ ਜਿਹੜੇ ਲੋਕ ਕਿਸੇ ਸੱਚ ਦੀ ਕੁਰਬਾਨੀ ਕਰਕੇ ਗਏ ਨੇ ਉਹਨਾਂ ਦਾ ਸੁਨੇਹਾ ਉਹਨਾਂ ਲੋਕਾਂ ਤੱਕ ਪਹੁੰਚਾਵੇ ਜਿਨ੍ਹਾਂ ਨੂੰ ਸ਼ਾਇਦ ਇਸ ਦਾ ਗਿਆਨ ਨਹੀਂ ਕਿ ਉਹਨਾਂ ਵਾਸਤੇ ਕਿਸੇ ਨੇ ਕੁਰਬਾਨੀ ਕੀਤੀ ਹੈ। ਤੇ ਕਵੀ ਕਹਿੰਦਾ ਜੇ ਉਸਨੇ ਆਪਣੇ ਉਹਨਾਂ ਮਿੱਤਰਾਂ ਦਾ ਸੁਨੇਹਾ ਨਾ ਪਹੁੰਚਾਇਆ ਤੇ ਉਹ ਰੂਹਾਂ ਵਾਂਗ ਭਟਕਦੇ ਰਹਿਣਗੇ। ਅੰਤ ਵਿੱਚ ਅਗਲੇ ਸ਼ੇਰ ਦੇ ਵਿੱਚ ਕਵੀ ਬਹੁਤ ਹੀ ਭਾਵਪੂਰਤ ਕਰੁਣਾਮਈ ਸਥਿਤੀ ਬਿਆਨ ਕਰਦਾ ਹੈ ਕਿ ਬਹੁਤ ਸਾਰੇ ਸਾਡੇ ਦੇਸ਼ ਵਾਸੀ ਹਨ ਜਿਹੜੇ ਇਸ ਦੇਸ਼ 'ਚ ਰੁਜ਼ਗਾਰ ਨਾ ਮਿਲਣ ਕਰਕੇ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਖਾਤਰ ਗਏ ਨੇ, ਤੇ ਉਹਨਾਂ ਨੂੰ ਸ਼ਾਇਦ ਪਿੱਛੇ ਰਹਿ ਗਏ ਰਿਸ਼ਤਿਆਂ ਨੂੰ ਮਿਲਣ ਲਈ ਸਮਾਂ ਨਹੀਂ ਮਿਲਦਾ, ਕਿਉਂਕਿ ਉਹ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਹਨ। ਤੇ ਉਹਨਾਂ ਦੇ ਰਿਸ਼ਤੇ ਹੌਲੀ ਹੌਲੀ ਜਿਹੜੇ ਹਨ ਇੱਥੋਂ ਉਮਰ ਦੇ ਵਿਹਾਜਨ ਨਾਲ ਕਈ ਰਿਸ਼ਤੇ ਖਤਮ ਹੋ ਜਾਂਦੇ ਹਨ। ਤੇ ਜਦੋਂ ਜਿਹੜੇ ਪੁੱਤਰ ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਲਈ ਗਏ ਹਨ, ਜਦੋਂ ਕਦੀ ਉਹ ਵਾਪਸ ਆਉਣਗੇ ਤੇ ਸ਼ਾਇਦ ਉਹਨਾਂ ਦੇ ਰਿਸ਼ਤੇ ਗਵਾਚ ਚੁੱਕੇ ਹੋਣਗੇ, ਤੇ ਉਹਨਾਂ ਵਿੱਚੋਂ ਕੁਝ ਤਾਂ ਵਿਚਾਰੇ ਆ ਕੇ ਦੇਸ਼ ਨੂੰ ਪਰਤ ਕੇ ਆਪਣੀ ਮਾਂ ਦਾ ਸਿਵਾ ਵੇਖਣਗੇ, ਭਾਵ ਮਾਂ ਉਹਨਾਂ ਨੂੰ ਮਾਂ ਦਾ ਜਿਉਂਦੇ ਜੀ ਪਿਆਰ ਨਸੀਬ ਨਹੀਂ ਹੋਇਆ ਹੋਏਗਾ, ਤੇ ਮਾਂ ਦੇ ਮਰਨ ਤੋਂ ਬਾਅਦ ਉਸਦੀ ਜਿਹੜੀ ਅਗਨੀ ਹੈ ਉਸਨੂੰ ਜਿਹੜਾ ਅਗਨ ਭੇਟ ਕਰਨ ਵਾਸਤੇ ਆਉਣਗੇ, ਤੇ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਤੇ ਬਹੁਤ ਸਾਰੇ ਐਸੇ ਹੋਣਗੇ ਜਿਨ੍ਹਾਂ ਦੇ ਮਾਂ ਪਿਓ ਆਉਂਦਿਆਂ ਨੂੰ ਕਬਰਾਂ 'ਚ ਪੈ ਚੁੱਕੇ ਹੋਣਗੇ, ਤੇ ਉਹਨਾਂ ਕਬਰਾਂ ਦੇ ਉੱਤੇ ਉੱਗੇ ਰੁੱਖਾਂ ਦੇ ਹੇਠਾਂ ਬਹਿ ਕੇ ਉਹ ਆਪਣੇ ਮਾਂ ਬਾਪ ਦੇ ਪਿਆਰ ਨੂੰ ਤਰਸਣਗੇ, ਜਾਂ ਆਪਣਾ ਮਾਂ ਬਾਪ ਦਾ ਪਿਆਰ ਲੱਭਣਗੇ। ਅਰਥਾਤ ਕਵੀ ਨੇ ਇੱਕ ਬਹੁਤ ਹੀ ਉਸ ਮਸਲੇ ਤੇ ਗੱਲ ਕੀਤੀ ਹੈ ਜਿਹੜਾ ਅੱਜ ਬੜਾ ਗੰਭੀਰ ਮਸਲਾ ਹੈ, ਕਿ ਰੁਜ਼ਗਾਰ ਨਾ ਮਿਲਣ ਕਰਕੇ ਜਦੋਂ ਲੋਕ ਵਿਦੇਸ਼ਾਂ ਜਾਂਦੇ ਹਨ ਤੇ ਉਹਨਾਂ ਨੂੰ ਕਈ ਵਾਰ ਆਪਣੇ ਰਿਸ਼ਤਿਆਂ ਨੂੰ ਮਿਲਣ ਦੇ ਵਿੱਚ ਕਈ ਕਈ ਵਰ੍ਹੇ ਨਿਕਲ ਜਾਂਦੇ ਆ, ਤੇ ਉਦੋਂ ਤੱਕ ਕਈ ਰਿਸ਼ਤੇ ਇਸ ਦੁਨੀਆ ਤੋਂ ਮਾਂ ਦਾ ਪਿਓ ਦਾ ਜਾ ਚੁੱਕੇ ਹੁੰਦੇ ਆ। ਕੁਝ ਤਾਂ ਮਾਂ ਦੇ ਸਿਵੇ ਦੀ ਅੱਗ ਵੇਖਣਗੇ ਜਾ ਕੇ, ਤੇ ਕੁਝ ਮਾਂ ਨੂੰ ਜਿੱਥੇ ਦਫਨਾਇਆ ਗਿਆ ਸੀ ਉਸ ਕਬਰਾਂ ਦੇ ਰੁੱਖ ਹੇਠ ਜਾ ਕੇ ਮਾਂ ਦੇ ਪਿਆਰ ਨੂੰ ਯਾਦ ਕਰਨਗੇ, ਤੇ ਜਿਉਂਦੇ ਜੀ ਮਾਂ ਦਾ ਨਾ ਮਿਲਣ ਦਾ ਹੇਰਵਾ ਦੁੱਖ
ਉਹਨਾਂ ਨੂੰ ਦੁਖੀ ਕਰੇਗਾ। ਤਾਂ ਇਸ ਤਰ੍ਹਾਂ ਕਵੀ ਨੇ ਹਰ ਵਿਸ਼ੇ ਤੇ ਸਾਨੂੰ ਜਾਣਕਾਰੀ ਦਿੱਤੀ ਹੈ, ਜਿਹੜੀ ਕਿ ਇਸ ਵੇਲੇ ਦੇਸ਼ ਦੀ ਰਾਜਨੀਤਕ ਜਾਂ ਉਸ ਵੇਲੇ ਦੀ ਜਿਹੜੀ ਸਮਾਜਿਕ ਆ ਜਾਂ ਆਰਥਿਕ ਆ ਸਥਿਤੀ, ਉਸ ਦਾ ਜ਼ਿਕਰ ਹੈ। ਕਵੀ ਕਹਿੰਦਾ ਹੈ, ਜੋ ਰੰਗਾਂ 'ਚ ਚਿੱਤਰੇ ਨਿਖੋਰ ਜਾਣਗੇ, ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ। ਤਾਂ ਇੱਥੇ ਫਿਰ ਕਵੀ ਨੇ ਇੱਕ ਵਿਅੰਗਮਈ ਢੰਗ ਨਾਲ ਉਹਨਾਂ ਲੋਕਾਂ ਦੇ ਉੱਪਰ ਇੱਕ ਸਵਾਲ ਉਠਾਇਆ ਹੈ, ਜਿਹੜੇ ਲੋਕ ਦੇਸ਼ ਦੇ ਵਿੱਚ ਕੋਈ ਸਿਆਸੀ ਤਾਕਤ ਰੱਖਦੇ ਹਨ, ਪਰ ਉਹ ਆਪਣੀ ਇਸ ਤਾਕਤ ਦਾ ਸਹੀ ਪ੍ਰਯੋਗ ਨਹੀਂ ਕਰਦੇ, ਹੰਕਾਰ ਨਾਲ ਭਰੇ ਹੋਏ ਲੋਕ ਹਨ। ਉਹਨਾਂ ਦੀ ਗੱਲ ਕਰਦਾ ਹੈ ਕਿ ਜਿਹੜੇ ਹੰਕਾਰ ਨਾਲ ਭਰੇ ਹੋਏ ਸਿਆਸੀ ਲੀਡਰ ਹਨ, ਉਹ ਕਦੀ ਵੀ ਲੋਕਾਂ ਦਾ ਇਨਸਾਫ ਨਹੀਂ ਕਰਨਗੇ। ਇਹ ਖਾਮੋਸ਼ ਪੱਥਰ ਦੇ ਬੁੱਤ ਹਨ, ਭਾਵ ਇਹ ਕੇਵਲ ਤੇ ਕੇਵਲ ਦਿਖਾਵੇ ਵਜੋਂ ਹੀ ਦੇਸ਼ ਨੂੰ ਪਿਆਰ ਕਰਦੇ ਹਨ ਤੇ ਦਿਖਾਵੇ ਵਜੋਂ ਹੀ ਲੋਕ ਸ਼ਕਤੀ ਦੀ ਗੱਲ ਕਰਦੇ ਹਨ, ਪਰ ਕਦੀ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਨਹੀਂ। ਖਾਮੋਸ਼ ਪੱਥਰਾਂ ਦੇ ਬੁੱਤ ਵਾਂਗ ਖੜੇ ਹਨ, ਜਿਨ੍ਹਾਂ ਕੋਲੋਂ ਮਨੁੱਖ ਨੂੰ ਕਿਸੇ ਇਨਸਾਫ ਦੀ ਆਸ ਨਹੀਂ ਹੋ ਸਕਦੀ, ਜੋ ਸਲੀਬਾਂ ਤੇ ਟੰਗੇ ਨਿਲੱਥਣੇ ਲਈ। ਕਵੀ ਕਹਿੰਦਾ ਹੈ ਕਿ ਬੜੇ ਦੁੱਖ ਨਾਲ ਕਵੀ ਕਹਿੰਦਾ ਹੈ ਕਿ ਜਿਹੜੇ ਦੇਸ਼ ਭਗਤ ਆਪਣੇ ਦੇਸ਼ ਵਾਸਤੇ ਜਾਨ ਦੇ ਗਏ ਹਨ, ਜਾਂ ਇਹਨਾਂ ਲਈ, ਜਾਂ ਇਹਨਾਂ ਸਿਆਸੀ ਰਾਜਨੀਤਿਕ ਜਿਹੜੀਆਂ ਸਾਡੀਆਂ ਸਥਿਤੀਆਂ ਹਨ, ਉਹਨਾਂ ਨੂੰ ਵੇਖਦੇ ਹੋਏ ਜਿਹੜੇ ਦੇਸ਼ ਲਈ ਜਿਨ੍ਹਾਂ ਨੇ ਜਾਨ ਦਿੱਤੀ ਹੈ, ਉਹ ਕਦੇ ਵੀ ਵਾਪਸ ਨਹੀਂ ਆਉਣਗੇ। ਉਹਨਾਂ ਨੂੰ ਸ਼ਾਇਦ ਕਦੀ ਵੀ ਇਨਸਾਫ ਨਹੀਂ ਮਿਲੇਗਾ। ਰਾਜ ਬਦਲਣਗੇ, ਸੂਰਜ ਚੜ੍ਹਨ ਲੈਣਗੇ, ਪਰ ਜਿਹੜੇ ਲੋਕੀ ਸਿਆਸੀ ਚਾਲਾਂ ਦੇ ਸ਼ਿਕਾਰ ਹੋਏ ਹਨ ਤੇ ਜਿਨ੍ਹਾਂ ਨੂੰ ਝੂਠੀਆਂ ਫਾਂਸੀਆਂ ਵੀ ਲੱਗੀਆਂ ਹਨ, ਝੂਠੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ ਹਨ, ਉਹਨਾਂ ਨੂੰ ਸ਼ਾਇਦ ਕਦੀ ਕੋਈ ਨਹੀਂ ਬਚਾ ਸਕੇਗਾ, ਚਾਹੇ ਜਿੰਨੇ ਮਰਜ਼ੀ ਰਾਜ ਬਦਲਣ, ਸੂਰਜ ਚੜ੍ਹਨ ਲੈਣ। ਪਰ ਅਜਿਹੇ ਲੋਕ ਜਿਨ੍ਹਾਂ ਨੂੰ ਬੇਇਨਸਾਫੀ ਮਿਲੀ ਹੈ, ਉਹਨਾਂ ਦੇ ਲਈ ਇਨਸਾਫ ਲਈ ਕੋਈ ਨਹੀਂ ਲੜੇਗਾ। ਅਰਥਾਤ ਜੋ ਆਪਣੀਆਂ ਜਾਨਾਂ ਦੇਸ਼ ਵਾਸਤੇ ਗਵਾ ਚੁੱਕੇ ਹਨ, ਜਾਂ ਕਿਸੇ ਖਾਸ ਸਮੇਂ ਤੇ ਆਪਣੀ ਕੁਰਬਾਨੀ ਕਰ ਚੁੱਕੇ ਹਨ, ਤੇ ਉਹਨਾਂ ਨੂੰ ਇਹ ਲੋਕ ਜਿਹੜੇ ਸਿਆਸੀ ਚਾਲਾਂ ਚੱਲਣ ਵਾਲੇ ਹਨ, ਉਹਨਾਂ ਤੋਂ ਕੋਈ ਨਹੀਂ ਬਚਾ ਸਕਦਾ, ਚਾਹੇ ਜਿੰਨੇ ਮਰਜ਼ੀ ਸੂਰਜ ਚੜ੍ਹਨ ਤੇ ਡੁੱਬਣ। ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ, ਬਦਲੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ, ਹਰਫ ਹੋ ਹੀ ਹਮੇਸ਼ਾ ਲਿਖੇ ਰਹਿਣਗੇ। ਇਸਦਾ ਸਤਰਾਂ ਵਿੱਚ ਕਵੀ ਜਿਹੜੇ ਸਿਆਸੀ ਸਾਡੀਆਂ ਪ੍ਰਬੰਧ ਆ, ਜਾਂ ਰਾਜਨੀਤਿਕ ਪ੍ਰਬੰਧ ਹੈ, ਜਾਂ ਸਾਡਾ ਸਮਾਜਿਕ ਤੌਰ ਤੇ ਅਸੀਂ ਜਾਤਾਂ ਪਾਤਾਂ 'ਚ ਵੰਡੇ ਲੋਕ ਹਾਂ, ਉਹਨਾਂ ਕਰਕੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ, ਉਸ ਕਮਜ਼ੋਰੀ ਦਾ ਜ਼ਿਕਰ ਕਰਦਾ ਕਵੀ ਕਹਿੰਦਾ ਹੈ ਕਿ ਜਿਹੜੇ ਸਾਡੇ ਰਾਜਨੀਤਿਕ ਨੇਤਾ, ਸਿਆਸੀ ਨੇਤਾ ਜਿਹੜੇ ਹਨ, ਉਹ ਆਪਣਾ ਜਦੋਂ ਤੱਕ ਆਪਣੀ ਰਾਜਗੱਦੀ ਮਾਣਦੇ ਹਨ, ਉਦੋਂ ਤੱਕ ਤਾਂ ਆਪਣੇ ਨਾਵਾਂ ਨੂੰ ਬੜਾ ਸ਼ਿੰਗਾਰ ਕੇ ਲਿਖਦੇ ਹਨ, ਪਰ ਲੋਕ ਸ਼ਕਤੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਸਮਾਂ ਆਉਣ ਤੇ ਇਹਨਾਂ ਰੰਗਾਂ 'ਚ ਚਿੱਤਰੇ ਅੱਖਰਾਂ ਨੂੰ ਖੋਰ ਦਿੰਦੀ ਹੈ। ਭਾਵ ਇਹ ਸੰਗਮਰਮਰ ਚੁੱਕਰੇ ਨਾਮ ਜਿਹੜੇ ਹਨ, ਹਮੇਸ਼ਾ ਨਹੀਂ ਰਹਿਣਗੇ। ਭਾਵ ਲੋਕ ਸਮਾਜ ਨੂੰ ਬਦਲਣ ਵਾਲੇ ਹਨ, ਤੇ ਕਦੇ ਵੀ ਜਦੋਂ ਸਮਾਂ ਮਿਲੇਗਾ ਉਹ ਇਸ ਨੂੰ ਬਦਲ ਦੇਣਗੇ, ਤੇ ਸੰਗਮਰਮਰ ਦੇ ਵਿੱਚ ਲਿਖੇ ਅੱਖਰ ਵੀ ਹਮੇਸ਼ਾ ਨਹੀਂ ਰਹਿਣਗੇ। ਜਦੋਂ ਵੀ ਕਿਸੇ ਦਾ ਕੰਮ ਕਰਨ ਦਾ ਜਿਹੜਾ ਸਮਾਂ ਹੈ ਉਹ ਖਤਮ ਹੋ ਜਾਏਗਾ, ਉਸਦੇ ਨਾਮ ਨੂੰ ਵੀ ਲੋਕ ਭੁੱਲ ਜਾਂਦੇ ਹਨ। ਇਸ ਲਈ ਕਿਸੇ ਨੂੰ ਆਪਣੀ ਸੱਤਾ ਦੀ ਤਾਕਤ ਦਾ ਜਾਂ ਆਪਣੀ ਸ਼ਕਤੀ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਕੇਵਲ ਉਹੀ ਹੱਥ ਲਿਖੇ, ਉਹੀ ਨਾਮ ਲਿਖੇ ਰਹਿਣਗੇ, ਬਲਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ। ਭਾਵ ਜਿਹੜੇ ਸਾਡੇ ਕ੍ਰਾਂਤੀਕਾਰੀ ਲੋਕਾਂ ਨੇ ਹਵਾ ਵਿੱਚ ਆਪਣੇ ਲਫ਼ਜ਼ ਕਹੇ ਹਨ, ਉਹ ਲੋਕਾਂ ਦੇ ਦਿਲਾਂ ਤੇ ਸਦੀਆਂ ਤੱਕ ਰਹਿੰਦੇ ਹਨ। ਸੰਗਮਰਮਰ ਦੇ ਅੱਖਰਾਂ 'ਚ ਲਿਖੇ ਨਾਮ ਤਾਂ ਮਿਟ ਸਕਦੇ ਹਨ, ਪਰ ਜੋ ਸਾਨੂੰ ਕ੍ਰਾਂਤੀਕਾਰੀ ਲੋਕਾਂ ਨੇ, ਵਿਦਰੋਹੀ ਲੋਕਾਂ ਨੇ, ਸਮਾਜ ਦੇ ਵਿੱਚ ਬਰਾਬਰਤਾ ਲਈ ਲੜਨ ਵਾਲੇ ਲੋਕਾਂ ਨੇ, ਜਾਂ ਸਮਾਜਿਕ ਇੱਕ ਚੰਗੀ ਦਿਸ਼ਾ ਦੇਣ ਵਾਲੇ ਲੋਕਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਹੈ, ਉਹ ਹਮੇਸ਼ਾ ਲਿਖਿਆ ਰਹੇਗਾ, ਲੋਕਾਂ ਦੇ ਮਨਾਂ ਤੇ ਉਕਰਿਆ ਰਹੇਗਾ। ਉਹ ਹਰਫ, ਉਹ ਅੱਖਰ ਹਮੇਸ਼ਾ ਲਿਖੇ ਰਹਿਣਗੇ। ਕਹਿਣ ਦਾ ਭਾਵ ਕਿ ਜਿਹੜੀਆਂ ਸਾਡੀਆਂ ਰਾਜਨੀਤਿਕ ਸ਼ਕਤੀਆਂ ਹਨ, ਉਹ ਥੋੜ ਚਿਰੀਆਂ ਹਨ, ਪਰ ਜਿਹੜੇ ਸਾਡੇ ਲੋਕਾਂ ਦੀ ਤਾਕਤ ਹੈ ਉਹ ਬਹੁਤ ਬਹੁਤ ਲੰਮੀ ਹੈ। ਤੇ ਜਿਹੜੇ ਸਾਡੇ ਕ੍ਰਾਂਤੀਕਾਰੀ ਲੋਕ ਹਨ, ਉਹਨਾਂ ਦੇ ਵਿਚਾਰ, ਹਵਾ ਵਿੱਚ ਲਿਖੇ ਵਿਚਾਰ ਵੀ ਲੋਕਾਂ ਦੇ ਦਿਲਾਂ 'ਚ ਉਤਰ ਜਾਂਦੇ ਹਨ, ਕਿਉਂਕਿ ਉਹ ਲੋਕਾਂ ਦੇ ਦੁੱਖ ਨੂੰ ਸਮਝਦੇ ਹਨ। ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ। ਇਹਨਾਂ ਸਤਰਾਂ 'ਚ ਕਵੀ ਕਹਿੰਦਾ ਹੈ ਕਿ ਉਹਨੂੰ ਸ਼ਾਇਦ ਇਸ ਗੱਲ ਦਾ ਵਹਿਮ ਹੈ ਕਿ ਉਸਦੇ ਮਰਨ ਦੇ ਪਿੱਛੋਂ ਉਸ ਦੀ ਸੋਚ ਦਾ ਦੀਵਾ ਜਗਦਾ ਰਹੇਗਾ। ਅਰਥਾਤ ਕਵੀ ਕਹਿੰਦਾ ਹੈ ਕਿ ਬਹੁਤ ਵਾਰ
ਸਮੇਂ ਦੇ ਬੀਤਣ ਨਾਲ ਸਾਡੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਵੀ ਉਹ ਵੀ ਖਤਮ ਹੋ ਜਾਂਦੀ ਹੈ। ਕਵੀ ਕਹਿੰਦਾ ਹੈ ਕਿ ਸ਼ਾਇਦ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਸਾਹਿਤ ਲਿਖ ਰਿਹਾ ਹੈ ਜਾਂ ਆਪਣੇ ਕੰਮ ਕਰ ਰਿਹਾ ਹੈ, ਤੇ ਉਸ ਦਾ ਇਹ ਵਹਿਮ ਆ ਕਿ ਉਸ ਦੀ ਮੌਤ ਤੋਂ ਬਾਅਦ ਉਹਦੀ ਕਬਰ ਤੇ ਕੋਈ ਦੀਵਾ ਜਗੇਗਾ, ਅਰਥਾਤ ਉਸ ਦੇ ਵਿਚਾਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਅਪਣਾਉਣਗੀਆਂ। ਪਤਾ ਨਹੀਂ ਇਹ ਸੱਚ ਹੋਏਗਾ ਕਿ ਨਹੀਂ ਹੋਏਗਾ। ਭਾਵ ਵਹਿਮ ਦਾ ਮਤਲਬ ਹੁੰਦਾ ਕਿ ਸੱਚ ਹੋ ਵੀ ਸਕਦਾ ਤੇ ਨਹੀਂ ਵੀ। ਕਵੀ ਆਪਣੀ ਦੁਬਿਧਾ ਸਾਂਝੀ ਕਰਦਾ ਹੈ ਕਿ ਉਸ ਨੂੰ ਇਸ ਗੱਲ ਦਾ ਪੱਕਾ ਭਰੋਸਾ ਨਹੀਂ ਹੈ ਕਿ ਉਸ ਦੀ ਮੌਤ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਉਸ ਦੀ ਸੋਚ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ 'ਚ ਲਾਗੂ ਕਰਨਗੀਆਂ। ਜੇ ਹਵਾਏ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ। ਅੰਤ ਵਿੱਚ ਕਵੀ ਕਹਿੰਦਾ ਹੈ ਕਿ ਜੇਕਰ ਸਮਾਜ ਵਿੱਚ ਇਸ ਤਰ੍ਹਾਂ ਦੀ ਹੀ ਹਵਾ ਚੱਲਦੀ ਰਹੀ, ਜ਼ਬਰ ਜ਼ੁਲਮ ਤੇ ਅਨਿਆਂ ਦੀ ਹਵਾ ਚੱਲਦੀ ਰਹੀ, ਤੇ ਉਸ ਨੂੰ ਡਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇੱਕ ਬਹਾਦਰੀ ਦਾ ਜਜ਼ਬਾ ਜਿਹੜਾ ਹੈ ਪਤਾ ਨਹੀਂ ਆਏਗਾ ਕਿ ਨਹੀਂ, ਤੇ ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ। ਤੇ ਸ਼ਾਇਦ ਸਭ ਘਰਾਂ ਵਿੱਚ ਇਸ ਗੱਲ ਦੀ ਚੇਤਨਾ ਨਹੀਂ ਪਹੁੰਚੇਗੀ ਕਿ ਸਮਾਜ ਬਦਲਣ ਲਈ ਮਨੁੱਖ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਪੈਣਾ ਹੈ, ਸ਼ਾਇਦ ਸੱਚ ਬੋਲਣਾ ਪੈਣਾ ਹੈ, ਇਨਸਾਫ ਲਈ ਲੜਨਾ ਪੈਣਾ ਹੈ। ਸ਼ਾਇਦ ਇਹ ਸੁਨੇਹਾ ਲੇਖਕ ਦਾ ਨਹੀਂ ਪਹੁੰਚੇਗਾ। ਅੰਤ ਵਿੱਚ ਕਵੀ ਆਪਣੇ ਮਨ ਦੀ ਉਸ ਦੁਬਿਧਾ ਨੂੰ, ਆਪਣੇ ਮਨ ਦੀ ਉਸ ਅਸ਼ਾਂਤੀ ਦੀ ਗੱਲ ਕਰਦਾ ਹੈ ਕਿ ਉਹਨੂੰ ਉਮੀਦ ਤਾਂ ਹੈ ਕਿ ਉਸਦੇ ਮਰਨ ਤੋਂ ਬਾਅਦ ਰਾਜ ਪਲਟਾ ਆਏਗਾ, ਪਰ ਜੇਕਰ ਸਿਆਸੀ ਹਾਕਮਾਂ ਦਾ ਇਹੀ ਵਤੀਰਾ ਰਿਹਾ, ਜੇਕਰ ਨੌਜਵਾਨ ਪੀੜ੍ਹੀ ਅੱਗੇ ਨਾ ਆਈ, ਜ਼ਮਾਨੇ ਦੀ ਇਹੀ ਹਵਾ ਚੱਲਦੀ ਰਹੀ, ਤਾਂ ਸ਼ਾਇਦ ਲੋਕ ਡਰ ਦੇ ਮਾਰੇ ਸੱਚ ਬੋਲਣ ਤੋਂ ਹਮੇਸ਼ਾ ਕਤਰਾਉਣਗੇ। ਤੇ ਅੰਤ ਵਿੱਚ ਲੇਖਕ ਨੇ ਇਸ ਪੂਰੀ ਗਜ਼ਲ ਦੇ ਵਿੱਚ ਸਾਡੇ ਦੇਸ਼ 'ਚ ਜੋ ਫੈਲਿਆ ਹੋਇਆ ਇੱਕ ਤਰ੍ਹਾਂ ਨਾਲ ਵਿਚਾਰਾਂ ਦਾ ਉਲਝਣ ਆ, ਜਿਸ ਦੇ ਵਿੱਚ ਫਿਰਕਾ ਪ੍ਰਸਤੀ ਹੈ ਜਾਂ ਹੰਕਾਰ ਆ, ਬੇਇਨਸਾਫੀ ਹੈ ਜਾਂ ਕੁਰਸੀ ਦੀ ਸੱਤਾ ਦੀ ਲਾਲਸਾ ਹੈ, ਉਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਹਨ ਉਹ ਨਹੀਂ ਹੋ ਰਹੇ। ਕੇਵਲ ਤੇ ਕੇਵਲ ਹਰ ਕੋਈ ਆਪਣੀ ਰਾਜਨੀਤਿਕ ਸ਼ਕਤੀ ਨੂੰ ਹੀ ਪ੍ਰਯੋਗ 'ਚ ਲਿਆਉਣਾ ਚਾਹੁੰਦਾ ਹੈ, ਤਾਂ ਕਵੀ ਉੱਥੇ ਚਿੰਤਾਗ੍ਰਸਤ ਹੋ ਕੇ ਸਮਾਜ ਨੂੰ ਇੱਕ ਸੇਧ ਦੇਣੀ ਚਾਹੁੰਦਾ ਹੈ ਕਿ ਸਾਨੂੰ ਸਮਿਆਂ ਦੇ ਨਾਲ ਚੱਲਣ ਦੀ ਲੋੜ ਹੈ। ਤੇ ਇਹ ਸਭ ਤੋਂ ਜ਼ਿਆਦਾ ਵੱਡਾ ਫਰਜ਼ ਇੱਕ ਕਵੀ ਦਾ ਹੈ ਕਿ ਉਸਨੇ ਸਮਾਜ ਨੂੰ ਸੱਚ ਦਾ ਸ਼ੀਸ਼ਾ ਵਿਖਾਉਣਾ ਹੈ। ਤੇ ਜੇ ਉਸਨੇ ਸ਼ੀਸ਼ਾ ਨਾ ਵਿਖਾਇਆ ਤਾਂ ਉਸਦੇ ਉਹ ਸੱਚ ਬੋਲਣ ਵਾਲੇ ਲੋਕ ਕੀ ਕਹਿਣਗੇ। ਪਰ ਉਹਦੀ ਦੁਬਦਾ ਹੈ ਕਿ ਜੇ ਉਸਨੇ ਸੱਚ ਦਾ ਸ਼ੀਸ਼ਾ ਦਿਖਾਇਆ ਤੇ ਜਿਹੜੇ ਲੋਕ ਝੂਠ ਫੈਲਾਉਣਾ ਚਾਹੁੰਦੇ ਨੇ, ਸ਼ਾਇਦ ਉਹ ਉਸ ਦੇ ਖਿਲਾਫ ਕੋਈ ਸਾਜ਼ਿਸ਼ ਕਰਨਗੇ। ਇਸ ਪ੍ਰਕਾਰ ਇਹ ਸਮੁੱਚਾ ਜਿਹੜਾ ਗੀਤ ਹੈ, ਜਿੱਥੇ ਇੱਕ ਗਜ਼ਲ ਜਿਹੜੀ ਹੈ ਇੱਕ ਪਾਸੇ ਇੱਕ ਸਾਹਿਤਕਾਰ ਦੇ ਫਰਜ਼ਾਂ ਤੋਂ ਮਨੁੱਖ ਨੂੰ ਜਾਣੂ ਕਰਾਉਂਦਾ ਹੈ, ਦੂਜੇ ਪਾਸੇ ਸਮਾਜ ਦੀ ਜਿਹੜੀ ਤਸਵੀਰ ਉਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਲੋਕ ਅੱਜ ਰਾਜ ਸੱਤਾ ਤੇ ਹਨ, ਇੱਕ ਉਹ ਪੱਥਰ ਤੇ ਲਿਖੇ ਨਾਵਾਂ ਵਾਂਗ ਹਨ ਜੋ ਲੋਕਾਂ ਦੀ ਸ਼ਕਤੀ ਦੇ ਅੱਗੇ ਮਿਟ ਜਾਣਗੇ ਜੇਕਰ ਲੋਕ ਜਥੇਬੰਦ ਹੋ ਜਾਂਦੇ ਹਨ। ਪਰ ਤਾਂ ਕੇਵਲ ਉਹਨਾਂ ਉਹੀ ਹਵਾ 'ਚ ਲਿਖੇ ਹਰਫ ਰਹਿਣਗੇ ਜਿਹੜੇ ਹਰਫ ਲੋਕ ਆਪਣੀ ਕ੍ਰਾਂਤੀ ਨਾਲ, ਆਪਣੀ ਤਾਕਤ ਨਾਲ ਲਿਖਦੇ ਹਨ। ਬਹੁਤ ਬਹੁਤ ਸ਼ੁਕਰੀਆ।